ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੇ ਬਾਨੀ ਫਾਊਂਡਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਇਸ ਮਾਤ ਲੋਕ ਵਿੱਚ ਆਉਂਦੇ ਨੇ, ਇਸ ਸੰਸਾਰ ਵਿੱਚ ਆਉਂਦੇ ਨੇ, ਉਸ ਵੇਲੇ ਵੀ ਸੰਸਾਰ ਵਿੱਚ ਬੜੇ ਸਾਰੇ ਧਰਮ ਸਥਾਨ, ਧਰਮ ਗ੍ਰੰਥ, ਧਰਮ ਕਰਮ ਔਰ ਲੋਕ ਧਰਮੀ ਵੀ ਸਨ। ਸਤਿਗੁਰੂ ਜੀ ਨੇ ਜਦੋਂ ਆਪਣਾ ਧਰਮ ਸੰਸਾਰ ਨੂੰ ਦ੍ਰਿੜ ਕਰਾਇਆ ਤਾਂ ਉਹਨਾਂ ਨੇ ਦੋ ਸਿਧਾਂਤ ਦਿੱਤੇ, ਇੱਕ ਸੇਵਾ, ਇੱਕ ਸਿਮਰਨ। ਜੋ ਸੇਵਾ ਹੈ ਇਹ ਪ੍ਰੈਕਟੀਕਲ ਹੈ, ਜੋ ਸਿਮਰਨ ਹੈ ਇਹ ਥਿਊਰੀ ਹੈ। ਔਰ ਇਹ ਬਹੁਤ ਵੱਡੀ ਇੱਕ ਮਨੌਤ ਹੈ ਕਿ ਜੋ ਵਿਅਕਤੀ ਸਿਮਰਨ ਨਹੀਂ ਕਰੇਗਾ ਉਹ ਸੇਵਾ ਨਹੀਂ ਕਰ ਸਕੇਗਾ, ਕਿਉਂਕਿ ਜਦੋਂ ਅਸੀਂ ਪਰਮਾਤਮਾ ਦਾ ਸਿਮਰਨ ਕਰਾਂਗੇ ਤਾਂ ਫਿਰ ਸਾਨੂੰ ਪਤਾ ਲੱਗੇਗਾ ਕਿ ਪਰਮਾਤਮਾ ਇੱਕ ਹੈ, ਉਹ ਕਿਸੇ ਇੱਕ ਥਾਂ ਤੇ ਨਹੀਂ ਹੈ, ਉਹ ਪੂਰੀ ਪ੍ਰਕਿਰਤੀ, ਪੂਰੇ ਬ੍ਰਹਿਮੰਡ ਵਿੱਚ ਹੈ। ਔਰ ਕੋਈ ਦੂਸਰਾ ਪਰਮਾਤਮਾ ਵੀ ਨਹੀਂ ਹੈ ਕਿ ਜਿਹਨੂੰ ਆਪਾਂ ਕਹੀਏ ਕਿ ਇੱਕ ਵਾਹਿਗੁਰੂ ਹੈ, ਦੂਜਾ ਅੱਲਾ ਹੈ, ਤੀਜਾ ਗੋਡ ਹੈ, ਚੌਥਾ ਕੋਈ ਰਾਮ, ਕੋਈ ਹਰੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦ੍ਰਿੜ ਕਰਾਇਆ ਕਿ ਪਰਮਾਤਮਾ ਦੇ ਅਸੰਖ ਨਾਮ ਹੋ ਸਕਦੇ ਨੇ, ਪਰ ਅਸੰਖਾਂ ਪਰਮਾਤਮਾ ਨਹੀਂ ਹੋ ਸਕਦੇ। ਪਰਮਾਤਮਾ ਇੱਕੋ ਹੀ ਹੈ। ਉਸੇ ਨੂੰ ਅੱਲਾ ਮੁਸਲਮਾਨ ਕਹਿੰਦੇ ਨੇ, ਗੋਡ ਕ੍ਰਿਸਚਨ ਕਹਿੰਦੇ ਨੇ, ਰਾਮ ਹਰੀ ਸਨਾਤਨ ਮਤ ਵਾਲੇ ਹਿੰਦੂ ਵੀਰ ਕਹਿੰਦੇ ਨੇ। ਸਤਿਗੁਰੂ ਨੇ ਉਸ ਪਰਮਾਤਮਾ ਦਾ ਨਾਮ ਸਤਨਾਮ ਕਰਕੇ, ਏਕ ਓਂਕਾਰ ਕਰਕੇ ਸਾਨੂੰ ਦ੍ਰਿੜ ਕਰਾਇਆ। ਔਰ ਅੱਜ ਜਿਹੜੀ ਉਹਨਾਂ ਦੀ ਉਮਤ ਹੈ, ਜਿਹੜੇ ਉਹਨਾਂ ਦੇ ਅਨੁਯਾਈ ਨੇ, ਜਿਹੜੇ ਉਹਨਾਂ ਨੂੰ ਮੰਨਣ ਵਾਲੇ ਨੇ, ਉਹਨਾਂ ਦੇ ਵਾਸਤੇ ਇਹ ਇੱਕ ਸਭ ਤੋਂ ਵੱਡੀ ਸਿੱਖਿਆ ਹੈ ਕਿ ਤੁਸੀਂ ਗੁਰਬਾਣੀ ਪੜ੍ਹਨੀ ਹੈ ਔਰ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਮੰਨਣਾ ਹੈ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਗੁਰਬਾਣੀ ਦੇ ਵਿੱਚ ਇਹ ਗੱਲ ਦਰਜ ਹੈ, ਲਿਖੀ ਹੋਈ ਹੈ ਕਿ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਹਾ ਲੁੜਾਈ ਹੈ। ਗੁਰੂ ਸਾਹਿਬ ਦੇ ਘਰ ਦੇ ਜਿਹੜੇ ਸਿਧਾਂਤ ਨੇ ਉਹ ਵੀ ਇਸ ਗੱਲ ਨੂੰ ਦ੍ਰਿੜ ਕਰਾਉਂਦੇ ਨੇ, ਭਾਵੇਂ ਸੰਗਤ ਹੋਵੇ, ਭਾਵੇਂ ਪੰਗਤ ਹੋਵੇ। ਸਭ ਤੋਂ ਪਹਿਲਾਂ ਗੁਰੂ ਜੀ ਨੇ ਸੰਗਤ ਬਖਸ਼ੀ, ਕਿਉਂਕਿ ਹਿੰਦੁਸਤਾਨ 4 ਵਰਨਾਂ ਵਿੱਚ ਵੰਡਿਆ ਹੋਇਆ ਸੀ। ਗੁਰੂ ਸਾਹਿਬ ਨੇ ਕਿਹਾ ਨਹੀਂ, ਤੁਸੀਂ ਸਾਰੇ ਇੱਕ ਪਿਤਾ ਇੱਕ ਸਕੇ ਹਮ ਬਾਰਕ, ਆਪਾਂ ਸਾਰੇ ਇੱਕ ਪਰਮਾਤਮਾ ਦੇ ਬੱਚੇ ਆ, ਤੁਸੀਂ ਇਕੱਠੇ ਬੈਠ ਕੇ ਪਰਮਾਤਮਾ ਦੀ ਭਗਤੀ ਕਰੋ। ਫਿਰ ਲੰਗਰ ਦਿੱਤਾ, ਪੰਗਤ ਦਿੱਤੀ ਕਿ ਇਕੱਠੇ ਬੈਠ ਕੇ ਛਕੋ। ਫਿਰ ਸਰੋਵਰ ਦਿੱਤੇ ਕਿ ਇੱਕੋ ਥਾਂ ਤੇ ਸਾਰੇ ਇਸ਼ਨਾਨ ਕਰੋ। ਇਸ ਤਰ੍ਹਾਂ ਗੁਰੂ ਜੀ ਨੇ ਸਾਨੂੰ ਸੰਗਤ ਦਾ ਰੂਪ ਦਿੱਤਾ ਕਿ ਸਾਰਿਆਂ ਨੇ ਇੱਕ ਥਾਂ ਤੇ ਜੁੜ ਮਿਲ ਕੇ ਬੈਠਣਾ ਹੈ। ਕੋਈ ਉੱਚਾ ਨਹੀਂ ਬੈਠੇਗਾ, ਕੋਈ ਨੀਵਾਂ ਨਹੀਂ ਬੈਠੇਗਾ, ਕੋਈ ਅੰਦਰ ਕੋਈ ਬਾਹਰ ਨਹੀਂ ਬੈਠੇਗਾ। ਤੋ ਸਿੱਖ ਜਿਹੜੇ ਨੇ ਉਹਨਾਂ ਦੇ ਵਾਸਤੇ ਇਹ ਗੱਲ ਨਹੀਂ ਹੈ ਕਿ ਕੋਈ ਆਪਦਾ ਆਵੇ ਤੇ ਉਹਨਾਂ ਨੇ ਸੇਵਾ ਕਰਨੀ ਹੈ, ਕੋਈ ਚੰਗਾ ਕਵੇ ਤੇ ਉਹਨਾਂ ਨੇ ਸੇਵਾ ਕਰਨੀ ਹੈ। ਉਹਨਾਂ ਨੇ ਸੇਵਾ ਹੀ ਕਰਨੀ ਹੈ। ਜੋ ਜਿਸ ਦੀ ਵੀ ਸੇਵਾ ਪ੍ਰਾਪਤ ਹੋਵੇ, ਜਿਵੇਂ ਕੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ ਹੈ, ਤਾਂ ਗੁਰੂ ਤੇਗ ਬਹਾਦਰ ਸਾਹਿਬ ਕੋਲੇ ਕਸ਼ਮੀਰ ਦੇ ਪੰਡਤ ਆਏ, ਕਹਿਣ ਲੱਗੇ ਜੀ ਸਾਡਾ ਧਰਮ ਖਤਰੇ ਵਿੱਚ ਹੈ। ਜੇ ਉਹ ਸ਼ਾਇਦ ਲੰਗਰ ਮੰਗਣ ਆਉਂਦੇ ਤਾਂ ਲੰਗਰ ਮਿਲ ਜਾਂਦਾ, ਕੋਈ ਹੋਰ ਸਹਾਇਤਾ ਮੰਗਦੇ ਤਾਂ ਉਹ ਵੀ ਮਿਲ ਜਾਂਦੀ। ਉਹਨਾਂ ਨੇ ਕਿਹਾ ਮਹਾਰਾਜ ਸਾਡਾ ਧਰਮ ਬਚਾਓ, ਤਾਂ ਗੁਰੂ ਜੀ ਨੇ ਉਹਨਾਂ ਦਾ ਧਰਮ ਬਚਾਉਣ ਵਾਸਤੇ ਆਪਣਾ ਬਲੀਦਾਨ ਵੀ ਦੇ ਦਿੱਤਾ, ਆਪਣਾ ਸੀਸ ਵੀ ਭੇਟਾ ਕਰ ਦਿੱਤਾ। ਇਸੇ ਕਰਕੇ ਅੱਜ ਉਹਨਾਂ ਨੂੰ ਅਸੀਂ ਇਹਨਾਂ ਸ਼ਬਦਾਂ ਦੇ ਨਾਲ ਯਾਦ ਕਰਦੇ ਹਾਂ ਕਿ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮੈਂ ਸਾਕਾ, ਸਾ ਤਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀਨਾ ਉਚਰੀ। ਗੁਰੂ ਨਾਨਕ ਸਾਹਿਬ ਨੇ ਸਾਨੂੰ 3 ਮੌਲਿਕ ਸਿਧਾਂਤ ਦਿੱਤੇ ਨੇ। ਪਹਿਲਾ ਨਾਮ ਜਪਣਾ ਹੈ, ਕਿਉਂਕਿ ਉਸ ਪਰਮਾਤਮਾ ਨੂੰ ਪਹਿਲਾਂ ਤੁਸੀਂ ਆਪਣੇ ਵਿਜ਼ਨ ਵਿੱਚ ਲੈ ਕੇ ਆਓ ਕਿ ਉਹ ਕਿਹੋ ਜਿਹਾ ਹੈ, ਉਹ ਹੈ ਕਿੱਥੇ ਹੈ। ਜਦੋਂ ਪਤਾ ਲੱਗੇਗਾ ਸਾਰੀ ਮਨੁੱਖਤਾ ਵਿੱਚ ਹੈ, ਫਿਰ ਤੁਸੀਂ ਉਹਨਾਂ ਦਾ ਦੁੱਖ ਵੇਖ ਕੇ, ਭੁੱਖ ਵੇਖ ਕੇ ਤੁਸੀਂ ਰੁਕ ਨਹੀਂ ਸਕੋਗੇ। ਤੁਸੀਂ ਫਿਰ ਉਹਨਾਂ ਦੀ ਸਹਾਇਤਾ ਕਰੋਗੇ, ਉਹਨਾਂ ਦੀ ਸੇਵਾ ਕਰੋਗੇ। ਸੋ ਇੱਥੋਂ ਇਹ ਲੰਗਰ ਦੀ ਜਿਹੜੀ ਪ੍ਰਥਾ ਹੈ ਉਹ ਗੁਰੂ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਆਪ 20 ਰੁਪਈਆਂ ਤੋਂ ਆਰੰਭ ਕੀਤੀ ਸੀ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਉਸ ਨੂੰ ਅੱਗੇ ਸੰਭਾਲਿਆ ਤੇ ਗੁਰੂ ਅਮਰਦਾਸ ਮਹਾਰਾਜ ਨੇ ਕੰਡੀਸ਼ਨ ਲਾ ਦਿੱਤੀ ਸੀ ਕਿ ਜਿਹਨੇ ਸਾਡੇ ਦਰਸ਼ਨ ਕਰਨੇ ਨੇ ਉਹਨੂੰ ਪਹਿਲਾਂ ਲੰਗਰ ਛਕਣਾ ਪਵੇਗਾ।
ਸੋ ਅੱਜ ਵੀ ਜਿੱਥੇ ਜਿੱਥੇ ਵੀ ਦੁਨੀਆ ਵਿੱਚ ਸਿੱਖ ਨੇ, ਉੱਥੇ ਉੱਥੇ ਉਹ ਸੇਵਾ ਸਿਮਰਨ ਨਾਲ ਜੁੜੇ ਨੇ। ਤੇ ਸੇਵਾ ਦਾ ਜਿਹੜਾ ਅੱਜ ਮੁੱਖ ਰੂਪ ਸੰਗਤ ਦੇ ਸੰਸਾਰ ਦੇ ਸਾਹਮਣੇ ਆਇਆ ਹੈ, ਉਹ ਪਹਿਲਾ ਲੰਗਰ ਹੈ, ਦੂਜਾ ਫਿਰ ਮੈਡੀਕਲ ਸਹੂਲਤਾਂ ਨੇ। ਇਸੇ ਤਰ੍ਹਾਂ ਕਿਸੇ ਭੁੱਖੇ ਨੂੰ ਰੋਟੀ ਦੇਣੀ, ਨੰਗੇ ਨੂੰ ਕੱਪੜਾ ਦੇਣਾ, ਕਿਸੇ ਬਿਮਾਰ ਨੂੰ ਦਵਾਈ ਦੇਣੀ, ਕਿਸੇ ਗਰੀਬ ਨੂੰ ਪੈਸਾ ਦੇਣਾ। ਇਹ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬ ਨੇ ਹਰ ਸਿੱਖ ਨੂੰ ਹੁਕਮ ਕੀਤਾ ਹੈ ਕਿ ਤੂੰ ਆਪਣੀ ਕਮਾਈ ਦਾ ਜੋ ਤੈਨੂੰ ਨੈਟ ਇਨਕਮ ਹੈ ਉਹਦੇ ਵਿੱਚੋਂ ਨਹੀਂ, ਜੋ ਪ੍ਰੋਫਿਟ ਹੈ ਉਹਦੇ ਵਿੱਚੋਂ ਜਿਹੜਾ 10ਵਾਂ ਹਿੱਸਾ ਹੈ ਉਹ ਗੁਰੂ ਦੇ ਨਾਂ 'ਤੇ ਕੱਢ ਕੇ ਉਹ ਤੂੰ ਮਨੁੱਖਤਾ ਦੀ, ਮਾਨਵਤਾ ਦੀ ਭਲਾਈ ਵਿੱਚ ਲਾਉਣਾ ਹੈ। ਸੋ ਇਸ ਤਰ੍ਹਾਂ ਇਹ ਲੰਗਰ ਨਿਰੰਤਰ ਚੱਲਦੇ ਨੇ ਔਰ ਜਦੋਂ ਵੀ ਕਿਤੇ ਲੋੜ ਪੈਂਦੀ ਹੈ ਬਿਨਾਂ ਭੇਦਭਾਵ ਤੋਂ ਸਿੱਖ ਸੇਵਾ ਕਰਦੇ ਨੇ। ਇਹੀ ਗੁਰੂ ਸਾਹਿਬ ਦੇ ਸਿਧਾਂਤ ਦਾ ਸਭ ਤੋਂ ਵੱਡਾ ਨਿਯਮ ਪਾਲਣ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ